ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਹਿੰਦੂ ਮੁਸਲਿਮ ਸਿੱਖ ਈਸਾਈ ਇੱਥੇ ਹੀ ਆ ਕੇ ਬਣੇ ਨੇ, ਪਰ ਜਦ ਗੱਲ ਡਿਵਾਈਡੇਸ਼ਨ ਦੀ ਹੋਈ ਰਿਹਾ, ਜਦ ਚੀਜ਼ਾਂ ਡਿਵਾਈਡ ਹੋ ਹੀ ਚੁੱਕੀਆਂ ਨੇ ਤਾਂ ਲੈਟਸ ਟਾਕ ਅਬਾਊਟ ਇਟ। ਸਿੱਖ ਕੌਮ ਉਹੀ ਕੌਮ ਆ, ਤੁਸੀਂ ਦੇਖ ਚੁੱਕੇ ਹੋ ਦੇਸ਼ ਦੇ ਵਿੱਚ ਬਹੁਤ ਕੁਝ ਵਾਪਰਿਆ ਹੈ ਤੇ ਲੋਕਡਾਊਨ ਦੇ ਵਿੱਚ ਸਿੱਖ ਇਜ਼ ਇਕੁਅਲ ਟੂ ਸੇਵਾ ਆ, ਤੁਸੀਂ ਸਾਰਿਆਂ ਨੇ ਦੇਖਿਆ। ਪਰ ਜੇ ਗੱਲ ਪ੍ਰਧਾਨ ਮੰਤਰੀ ਦੀ ਆਉਂਦੀ ਆ ਤਾਂ ਜਦ ਕਰਤਾਰਪੁਰ ਲਾਂਘਾ ਖੋਲ੍ਹਿਆ ਸੀਗਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹੋ ਜਿਹੀ ਕੌਮ ਕਿਤੇ ਨਹੀਂ ਮਿਲਣੀ। ਕਿ ਇਹ ਉਹੀ ਮੋਦੀ ਨੇ ਜਿਹੜੇ ਹੁਣ ਇਸ ਕੌਮ ਦੇ ਨਾਲ ਬਹੁਤ ਮਾੜਾ ਕਰ ਰਹੇ ਆ। ਬਹੁਤ ਸਾਰੇ ਸਵਾਲ ਜ਼ਿਹਨ ਦੇ ਵਿੱਚ ਨੇ, ਸ਼ਾਇਦ ਇਹ ਮੁੱਦਾ ਕਿਸੇ ਨੇ ਨਹੀਂ ਚੱਕਿਆ ਹੋਵੇਗਾ। ਹਰ ਚੀਜ਼ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸੋਸ਼ਲ ਵਰਕਰ ਰਵਨੀਤ ਨੇ। ਐਜ਼ ਅ ਯੰਗਸਟਰ, ਐਜ਼ ਅ ਸਟੂਡੈਂਟ, ਐਜ਼ ਅ ਸੋਸ਼ਲ ਵਰਕਰ ਮੈਂ ਅਪਰੀਸ਼ੀਏਟ ਕਰਦੀ ਹਾਂ ਕਿ ਤੁਸੀਂ ਹਰ ਮੁੱਦੇ 'ਤੇ ਆ ਕੇ ਬੋਲਦੇ ਹੋ, ਹਮੇਸ਼ਾ ਬਿਲਕੁਲ ਸੱਚ ਦਾ ਸਾਥ ਦਿੰਦੇ ਹੋ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਤੁਹਾਡਾ ਇੱਥੇ ਆਉਣ ਲਈ। ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲੋਂ ਧੰਨਵਾਦ। ਥੈਂਕ ਯੂ। ਮੈਂ ਜਾਣਦੀ ਹਾਂ ਤੁਸੀਂ ਡੇ 1 ਤੋਂ ਹਰ ਇੱਕ ਕਵਰੇਜ ਜਿਹੜੀ ਆ ਦੇਖ ਰਹੇ ਹੋ, ਹਰ ਇੱਕ ਚੈਨਲ ਦੀ। ਮਤਲਬ ਤੁਹਾਡੇ ਵਰਗੇ ਲੋਕਾਂ ਦੇ ਕਰਕੇ ਬਹੁਤ ਸਪੋਰਟ ਮਿਲ ਰਿਹਾ ਹੈ। ਵੀ ਨੀਡ ਮੋਰ ਪੀਪਲ ਲਾਈਕ ਯੂ। ਮੈਂ ਹਮੇਸ਼ਾ ਇਹ ਚੀਜ਼ ਬੋਲਦੀ ਹਾਂ। ਜਿਵੇਂ ਮੈਂ ਇਨੀਸ਼ੀਅਲੀ ਕਿਹਾ, ਅਸੀਂ ਡਿਸਕਸ ਕਰ ਚੁੱਕੇ ਆਫ ਦ ਕੈਮਰਾ ਕਿ ਜਦ ਕਰਤਾਰਪੁਰ ਲਾਂਘਾ ਖੋਲ੍ਹਿਆ ਸੀਗਾ ਤਾਂ ਵਾਹ ਵਾਹ ਹੋ ਗਈ ਸੀ। ਹਰ ਕਿਸੇ ਨੇ, ਜ਼ਾਹਿਰ ਜਿਹੀ ਗੱਲ ਆ, ਚੰਗਾ ਸਟੈਪ ਸੀਗਾ, ਪਸੰਦ ਕੀਤਾ, ਕਾਬਿਲੇ ਤਾਰੀਫ ਸੀਗਾ। ਪਰ ਹੁਣ ਚੀਜ਼ਾਂ ਜੇ ਕੰਪੈਰੀਜ਼ਨ ਕੀਤਾ ਜਾਵੇ, ਇਹ ਮੁੱਦਾ ਕਿਸੇ ਨੇ ਨਹੀਂ ਚੱਕਿਆ। ਚਲੋ ਨੈਸ਼ਨਲ ਮੀਡੀਆ ਤੋਂ ਅਸੀਂ ਐਕਸਪੈਕਟ ਨਹੀਂ ਕਰ ਸਕਦੇ ਚੀਜ਼ਾਂ। ਕੀ ਕਹਿਣਾ ਚਾਹੋਗੇ ਨਾ ਸਾਰੀਆਂ ਚੀਜ਼ਾਂ 'ਤੇ? ਉਸੇ ਕੌਮ ਨਾਲ ਧੱਕਾ ਹੋ ਰਿਹਾ ਹੁਣ। ਸੋਨਾਲੀ ਦੇਖੋ, ਜਿਹੜੀ ਗੱਲ ਹੈ ਨਾ, ਇੱਕ ਬਹੁਤ ਸੋਹਣੀ ਸਾਡੀ ਗੱਲ ਸਾਡੇ ਵਾਹਿਗੁਰੂ ਨੇ, ਜਿਨ੍ਹਾਂ ਨੇ ਸਾਨੂੰ ਬਣਾਇਆ, ਇੱਕ ਬਹੁਤ ਸੋਹਣੀ ਗੱਲ ਬੋਲੀ ਗਈ ਹੈ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਹੁਣ ਜੇ ਅਸੀਂ ਗੱਲ ਕਰੀਏ ਇੱਕ ਇਨਸਾਨ ਦੀ, ਇਨਸਾਨ ਤੇ ਉਹ ਰੱਬ ਰੂਪੀ ਹੈ ਨਾ। ਸਿਰਫ ਇਹ ਜਿਹੜੇ ਪੋਲੀਟੀਕਲ ਕੁਝ ਬੰਦੇ ਨੇ, ਇਹਨਾਂ ਨੇ ਸਾਨੂੰ ਧਰਮਾਂ ਵਿੱਚ ਵੰਡਤਾ। ਅੱਜ ਜਿਹੜੀ ਗੱਲ ਚੱਲ ਰਹੀ ਹੈ ਕਿ ਸਿੱਖ ਉੱਥੇ ਬੈਠੇ ਨੇ ਕਿਉਂਕਿ ਇਹਨਾਂ ਨੂੰ ਖਾਲਿਸਤਾਨ ਚਾਹੀਦਾ ਹੈ। ਸਾਨੂੰ ਖਾਲਿਸਤਾਨ ਪਹਿਲਾਂ ਵੀ ਨਹੀਂ ਸੀ ਚਾਹੀਦਾ। ਜਿਨ੍ਹਾਂ ਨੂੰ ਇਹ ਗੱਲ ਬੁਰੀ ਲੱਗ ਰਹੀ ਹੋਵੇ, ਜਿਹੜੇ ਮੰਗ ਰਹੇ ਨੇ, ਆਈ ਐਮ ਸੌਰੀ ਫॉर दैट, ਬਟ ਇਹ ਸਾਨੂੰ ਪਹਿਲਾਂ ਵੀ ਨਹੀਂ ਸੀ ਚਾਹੀਦਾ। ਵੀ ਲਵ ਇੰਡੀਆ, ਔਰ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ਾਂ ਨੂੰ ਗਲਤ ਜਿਹੜਾ ਇੱਕ ਐਂਗਲ ਹੈ ਨਾ ਦਿੱਤਾ ਜਾਏ ਤੇ ਸਾਨੂੰ ਭਾਰਤ ਦਾ ਹੀ ਵਾਸੀ ਰਹਿਣ ਦਿੱਤਾ ਜਾਏ। ਇਹੀ ਗਲਤੀ ਕੀਤੀ ਸੀਗੀ ਇੰਦਰਾ ਗਾਂਧੀ ਨੇ ਜਦੋਂ 1984 ਵਿੱਚ ਸਭ ਕੁਝ ਹੋਇਆ, ਸਭ ਵਾਪਰਿਆ। ਨਹੀਂ ਸੀ ਚਾਹੁੰਦੇ ਪਿੰਡਰਾਂ ਵਾਲੇ ਕਿ ਸਾਨੂੰ ਕੋਈ ਅਲੱਗ ਕੰਟਰੀ ਚਾਹੀਦੀ ਹੈ, ਇੱਕ ਮੁਲਕ ਚਾਹੀਦਾ ਹੈ, ਬਟ ਉਹ ਕਹਿੰਦੀ ਸੀ ਤੁਸੀਂ ਲਓ। ਸਾਨੂੰ ਅੱਜ ਵੀ ਨਹੀਂ ਚਾਹੀਦਾ, ਸਾਨੂੰ ਪਹਿਲਾਂ ਵੀ ਨਹੀਂ ਸੀ ਚਾਹੀਦਾ। ਵੀ ਲਵ ਇੰਡੀਆ, ਸਾਨੂੰ ਇੱਥੇ ਰਹਿਣ ਦਿਓ। ਔਰ ਮੈਂ ਮੋਦੀ ਜੀ ਨੂੰ ਬੋਲਾਂਗੀ, ਜਦੋਂ ਤੁਸੀਂ ਇਹ ਕੀਤਾ ਸੀਗਾ, ਸਾਨੂੰ ਕਿਹਾ ਸੀਗਾ ਕਿ ਕਰਤਾਰਪੁਰ ਲਾਂਘਾ ਜਿਹੜਾ ਹੈਗਾ ਮੈਂ ਤੁਹਾਡੇ ਲਈ ਖੋਲ੍ਹ ਰਿਹਾ, ਕਿਉਂਕਿ ਇਹ ਕੌਮ ਐਸੀ ਹੈ ਕਿ ਇੱਥੇ ਹਰ ਇਨਸਾਨ ਨੂੰ ਜਿਹੜਾ ਆਪਣੇ ਸੈਂਟੀਮੈਂਟਸ ਨੇ, ਇਮੋਸ਼ਨਸ ਨੇ, ਉਹ ਆ ਕੇ ਰੱਖਣੇ ਚਾਹੀਦੇ ਨੇ। ਔਰ ਉਹਨਾਂ ਦੇ ਜਿਹੜੇ ਦਰਸ਼ਨ ਨੇ, ਜਿਹੜੇ ਕਰਤਾਰਪੁਰ ਲਾਂਘੇ ਦੇ ਲੋਕ ਕ੍ਰਾਸ ਕਰਕੇ ਨਨਕਾਣਾ ਸਾਹਿਬ ਜਾ ਸਕਦੇ ਨੇ, ਗੱਲਾਂ ਹੋਈਆਂ ਸੀਗੀਆਂ। ਫਿਰ ਅੱਜ ਉਹ ਸਿੱਖ ਮਾੜਾ ਕਿਵੇਂ ਹੋ ਗਿਆ? ਅੱਜ ਉਸ ਸਿੱਖ ਨੂੰ ਤੁਸੀਂ ਖਾਲਿਸਤਾਨੀ ਬੋਲ ਰਹੇ ਹੋ। ਤੁਸੀਂ ਉਹੀ ਸਾਡੇ ਪ੍ਰਧਾਨ ਮੰਤਰੀ ਹੋ ਜਿਨ੍ਹਾਂ ਨੇ ਸਾਨੂੰ ਖੁਸ਼ੀ ਦਿੱਤੀ ਸੀ ਤੇ ਤੁਹਾਨੂੰ ਸੈਰੀਮੋਨੀਅਲ ਕਿਰਪਾਨ ਦਿੱਤੀ ਗਈ ਸੀ, ਜਿਨ੍ਹਾਂ ਅੱਗੇ ਤੁਸੀਂ ਸੀਸ ਨਿਵਾਇਆ ਸੀ, ਤੁਸੀਂ ਉਹਨਾਂ ਨੂੰ ਐਕਸੈਪਟ ਕੀਤਾ ਸੀਗਾ। ਤੇ ਅੱਜ ਤੁਸੀਂ ਉਹੀ ਸ਼ਸਤਰ ਸਾਡੇ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਆਰਮਸ ਐਮੂਨੇਸ਼ਨਸ ਨੇ ਤੇ ਇਹਨਾਂ ਨਾਲ ਇਹ ਸਾਡੇ ਤੇ ਵਾਰ ਕਰਨ ਦੀ ਸੋਚਦੇ ਨੇ। ਇੱਕ ਤੁਸੀਂ ਇਹ ਗੱਲਾਂ ਕਿਉਂ ਕਰ ਰਹੇ ਹੋ ਜਦਕਿ ਤੁਹਾਨੂੰ ਪਤਾ ਹੈ ਕਿ ਇਹ ਰਿਐਲਿਟੀ ਨਹੀਂ ਹੈ? ਤੁਸੀਂ ਖੁਦ ਇਸ ਵਿੱਚ ਕਿਹਾ ਸੀਗਾ ਕਿ ਜਿਹੜਾ ਦੇਖੋ ਇਹਦੇ ਵਿੱਚ ਲਿਖਿਆ FCRA ਰਜਿਸਟ੍ਰੇਸ਼ਨ ਗ੍ਰਾਂਟਡ ਟੂ ਸ਼੍ਰੀ ਹਰਮੰਦਰ ਸਾਹਿਬ ਅਲਾਉਇੰਗ ਗਲੋਬਲ ਸੰਗਤ ਪਾਰਟਿਸਿਪੇਸ਼ਨ ਵਿਚ ਸੇਜ਼ ਕਿ Shri Harmandir Sahib now enabled to receive foreign contribution and utilize it in compliance with provisions of FCRA 2010। ਅੱਜ ਤੁਸੀਂ ਕਹਿ ਰਹੇ ਹੋ ਕਿ ਫੰਡਿੰਗ ਬਾਹਰੋਂ ਆ ਰਹੀ ਹੈ, ਜਦੋਂ ਤੁਸੀਂ ਸਾਨੂੰ ਖੁਦ ਕਿਹਾ ਕਿ ਅਸੀਂ ਲੈ ਸਕਦੇ ਹਾਂ ਫੰਡਿੰਗ ਬਾਹਰੋਂ। ਤੇ ਅੱਜ ਫਿਰ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਖੁਦ ਬੋਲਿਆ ਅਫਗਾਨਿਸਤਾਨ ਦੇ ਰਹਿਣ ਵਾਲੇ ਲੋਕ, ਪਾਕਿਸਤਾਨ ਤੋਂ ਜਿਹੜੇ ਰਿਫਿਊਜੀਜ਼ ਆਏ ਨੇ, ਇਹਨਾਂ ਨੂੰ ਸਿਟੀਜ਼ਨਸ਼ਿਪ ਦਾ ਹੱਕ ਹੈ। ਅੱਜ ਤੁਸੀਂ ਫਿਰ ਕਿਉਂ ਇਹ ਗੱਲਾਂ ਕਰ ਰਹੇ ਹੋ ਪੋਲੀਟੀਕਲੀ? ਜਾਂ ਤਾਂ ਤੁਸੀਂ ਪਹਿਲਾਂ ਸਾਡੇ ਇਮੋਸ਼ਨਸ ਨਾਲ ਗੇਮ ਖੇਲੀ ਜਾਂ ਫਿਰ ਹੁਣ ਖੇਲੀ ਜਾ ਰਹੀ ਹੈ। ਮੈਂ ਰਿਕੁਐਸਟ ਕਰਾਂਗੀ ਮੋਦੀ ਜੀ ਨੂੰ ਕਿ ਜੇ ਇਹ ਚੀਜ਼ਾਂ ਵਕਤ ਰਹਿੰਦੇ ਸੰਭਾਲ ਲਿੱਤੀਆਂ ਜਾਣ ਨਾ, ਤੇ ਨਾ ਹੀ ਕੋਈ ਵਾਇਲੈਂਸ ਦਾ ਰੂਪ ਇਸ ਚੀਜ਼ ਨੂੰ ਮਿਲੇਗਾ। ਬਹੁਤ ਪੀਸਫੁਲੀ ਇਹਨਾਂ ਚੀਜ਼ਾਂ ਨੂੰ ਸੈਟਲ ਕੀਤਾ ਜਾ ਸਕਦਾ। ਮੈਨੂੰ ਲੱਗਦਾ ਜੇ ਅੱਜ PM ਮੋਦੀ ਜੀ ਦੇਖ ਰਹੇ ਹੋਣਗੇ ਨਾ, ਤੇ ਮੈਂ ਇਹਨਾਂ ਤੋਂ ਪੁੱਛਣਾ ਚਾਹਾਂਗੀ ਕਿ ਜੋ ਤੁਸੀਂ ਇਹ ਲਾਂਘਾ ਖੋਲ੍ਹਿਆ ਸੀਗਾ ਔਰ ਤੁਸੀਂ ਇੰਨੀ ਵੱਡੀ ਗੱਲਾਂ ਕੀਤੀਆਂ ਸੀ, ਤੁਸੀਂ ਖੁਦ 8th ਪੁਆਇੰਟ ਤੇ ਇੱਥੇ ਕਿਹਾ ਸੀਗਾ ਸਲੈਸ਼ਿੰਗ ਦਾ ਬਲੈਕ ਲਿਸਟ, ਰੀਚਿੰਗ ਆਊਟ ਅ ਸ਼ੋਲਡਰ ਆਫ ਸਪੋਰਟ।
ਤੇ ਮੈਨੂੰ ਤੁਸੀਂ ਦੱਸੋ ਕਿ ਜਿਹੜਾ ਯੂਕੇ USA ਕੈਨੇਡਾ ਤੋਂ ਤੁਸੀਂ ਲੋਕਾਂ ਨੂੰ ਜਿਹੜੇ ਕਿ 314 ਲੋਕ ਸਨ ਉਹਨਾਂ ਵਿੱਚੋਂ ਸਿਰਫ 2 ਰਹਿ ਗਏ ਜਿਹੜੇ ਬਲੈਕ ਲਿਸਟ ਨੇ, ਬਾਕੀ ਸਭ ਨੂੰ ਤੁਸੀਂ ਕਹਿ ਦਿੱਤਾ ਕਿ ਤੁਸੀਂ ਇੰਡੀਅਨ ਵੀਜ਼ਾ ਲੈ ਸਕਦੇ ਹੋ, OCI ਕਾਰਡ ਲੈ ਸਕਦੇ ਹੋ ਐਂਡ ਦੇ ਕੈਨ ਰੀਕਨੈਕਟ ਵਿਦ देयर ਰੂਟਸ। ਤੇ ਅੱਜ ਫਿਰ ਤੁਸੀਂ ਕਿਉਂ ਕਹਿ ਰਹੇ ਹੋ ਕਿ ਫੰਡਿੰਗ ਸਾਡੀ ਬਾਹਰੋਂ ਆ ਰਹੀ ਹੈ, ਅਸੀਂ ਖਾਲਿਸਤਾਨੀ, ਅਸੀਂ ਆਤੰਕਵਾਦੀ ਹਾਂ? ਇਹਨਾਂ ਗੱਲਾਂ ਦਾ ਜਵਾਬ ਕੌਣ ਦੇਗਾ? ਕਿ ਪ੍ਰੈਸ ਕਾਨਫਰੰਸ ਸਾਡੇ ਪ੍ਰਧਾਨ ਮੰਤਰੀ ਜੀ ਨਹੀਂ ਕਰ ਸਕਦੇ ਤੇ ਸਾਡੇ ਸਾਰਿਆਂ ਦਾ ਜਵਾਬ ਨਹੀਂ ਦੇ ਸਕਦੇ? ਇਹ ਦੇ ਸਕਦੇ ਨੇ ਬਟ ਇਹ ਨਹੀਂ ਦੇਣਾ ਚਾਹੁੰਦੇ। ਬੀਇੰਗ ਅ ਹਿਊਮਨ ਮੈਨੂੰ ਇਹ ਲੱਗਦਾ ਹੈ ਕਿ ਜੇ ਮੋਦੀ ਜੀ ਐਜ਼ ਐਨ ਇੰਡੀਵਿਜੂਅਲ ਅਸੀਂ ਉਹਨਾਂ ਨੂੰ ਦੇਖੀਏ ਨਾ, ਉਹਨਾਂ ਨੂੰ ਲੱਗ ਰਿਹਾ ਹੋਣਾ ਕਿਤੇ ਨਾ ਕਿਤੇ ਕਿ ਸ਼ਾਇਦ ਮੇਰੇ ਤੋਂ ਗਲਤੀ ਹੋ ਰਹੀ ਹੈ, ਸ਼ਾਇਦ ਮੈਂ ਗਲਤ ਕਰ ਪਾ ਰਿਹਾ, ਕਿਉਂਕਿ ਉਹਨਾਂ ਨੇ ਖੁਦ ਕਿਹਾ ਹੈ ਕਿ ਮੈਂ ਗੁਰੂ ਨਾਨਕ ਦੇਵ ਜੀ ਦੀ ਟੀਚਿੰਗਸ ਨੂੰ ਮੰਨਦਾ ਹਾਂ। ਤੇ ਫਿਰ ਅੱਜ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਿਉਂ ਕਰ ਰਹੇ ਹੋ? ਅੱਜ ਤੁਸੀਂ ਹਿੰਦੂ ਔਰ ਇਹ ਸਿੱਖ ਈਸਾਈ ਧਰਮਾਂ ਵਿੱਚ ਸਾਨੂੰ ਕਿਉਂ ਵੰਡ ਰਹੇ ਹੋ? ਵਾਹਿਗੁਰੂ ਜੀ ਨੇ ਤੇ ਕਿਹਾ ਹੈ ਨਾ ਕਿ ਏਕ ਨੂਰ ਸੇ ਸਭ ਜਗ ਉਪਜਿਆ। ਤੇ ਫਿਰ ਇਹ ਗੱਲਾਂ ਕਿੱਥੋਂ ਆ ਰਹੀਆਂ ਨੇ? ਇੱਥੇ ਸਭ ਤੋਂ ਵੱਡੀ ਚੰਗੀ ਗੱਲ ਜਿਹੜੀ ਮੈਨੂੰ ਇਸ ਪ੍ਰੋਟੈਸਟ ਦੀ ਲੱਗੀ ਆ ਨਾ, ਯੂਥ ਇੰਨਾ ਕਿ ਜਾਗਰੂਕ ਹੋ ਕੇ ਅੱਗੇ ਆਇਆ। ਯੂਥ ਨੇ ਪੁਆਇੰਟਸ ਜਿਵੇਂ ਇਹਨਾਂ ਨੂੰ ਜਿਵੇਂ ਦੇਖਾ ਤਾਂ ਇਹ ਪੁਆਇੰਟਸ ਬਹੁਤ ਵੈਲਿਡ ਨੇ ਜੋ ਕਿ ਉਹਨਾਂ ਤੱਕ ਜਾਣੇ ਚਾਹੀਦੇ, ਉਹਨਾਂ ਨੂੰ ਸਮਝ ਆਉਣੇ ਚਾਹੀਦੇ ਆ। ਜੇ ਗੱਲ ਰਵਨੀਤ ਦੀ ਕਰਾਂ, ਤੁਸੀਂ ਹਮੇਸ਼ਾ ਮੈਂ ਕਹਿੰਦੀ ਹਾਂ ਹਰ ਮੁੱਦੇ 'ਤੇ ਆ ਕੇ ਬੋਲਦੇ ਹੋ। ਮੈਨੂੰ ਲੱਗਦਾ ਕੋਈ ਗਿਣਤੀ ਨਹੀਂ ਆ ਕਿੰਨੇ ਕੀ ਯੰਗਸਟਰਸ, ਕਿੰਨੇ ਕੀ ਲੋਕੀ ਪੰਜਾਬ ਕੀ ਵੀ ਲਵ ਆਰ ਇੰਡੀਆ, ਬਹੁਤ ਸਾਰੇ ਲੋਕੀ ਗਏ ਨੇ। ਤੇ ਇਨੀਸ਼ੀਏਟਿਵ ਜਿਹੜਾ ਇਹਨਾਂ ਵੱਲੋਂ ਲਿੱਤਾ ਗਿਆ ਹੈ, ਤੁਸੀਂ ਇੱਕ ਫਾਰਮ ਬਣਾਏ ਨੇ, ਯੂ ਆਰ ਫਿਲਿੰਗ ਦ ਫਾਰਮ। ਹਰ ਪਹਿਲੂ ਤੋਂ ਦੇਖ ਸਕਦੀ ਹਾਂ, ਗਿਣਤੀ ਹੋਵੇ, ਜਿਹੜੇ ਲੋਕ ਮਿਸਿੰਗ ਨੇ ਉਹ ਸਾਰੀ ਚੀਜ਼ਾਂ ਉੱਚ ਆਊਗੀ। ਮੈਂ ਇੱਕ ਵਾਰ ਜ਼ਰੂਰ ਚਾਹੂੰਗੀ ਤੁਸੀਂ ਜਸਟ ਜ਼ਰੂਰ। ਬਿਲਕੁਲ, ਲਾਲ ਕਿਲ੍ਹਾ ਤੇ ਜੋ ਵੀ ਹੋਇਆ ਉਸ ਦਿਨ ਅਸੀਂ ਸਾਰਿਆਂ ਨੇ ਦੇਖਿਆ। ਮੈਂ ਕਿਸੇ ਨੂੰ ਵੀ ਉਸ ਲਈ ਰਿਸਪੌਂਸਿਬਲ ਨਹੀਂ ਠਹਿਰਾਉਂਦੀ। ਹਾਲਾਤ ਸੀਗੇ, ਵਾਹਿਗੁਰੂ ਦਾ ਪਾਣਾ ਸੀਗਾ, ਉਹ ਚੀਜ਼ ਹੋ ਗਈ। ਉਸ ਵਿੱਚ ਬਹੁਤ ਸਾਰੇ ਸਾਡੇ ਯੂਥ ਸੀਗੇ, ਬਹੁਤ ਸਾਰੇ ਸਾਡਾ ਜਿਹੜਾ ਵੱਡੇ ਬਜ਼ੁਰਗ ਜੋ ਵੀ ਸੀਗੇ ਉਹ ਸਭ ਗਾਇਬ ਹੋ ਗਏ। ਸਾਨੂੰ ਨਹੀਂ ਪਤਾ ਚੱਲਿਆ ਬਿਕਾਜ਼ ਅਸੀਂ ਉਹਨਾਂ ਨੂੰ ਟਰੇਸ ਵੀ ਨਹੀਂ ਕਰ ਪਾਏ ਕਿਉਂਕਿ ਕੋਈ ਆਈਡੈਂਟੀਫਿਕੇਸ਼ਨ ਸੀਗੀ ਹੀ ਨਹੀਂ। ਜੇ ਕਿਤੇ ਕੋਈ ਪਹਿਲਾਂ ਫਾਰਮ ਭਰੇ ਹੁੰਦੇ ਜਾਂ ਕੋਈ ਹੁੰਦਾ ਨਾ ਜਿਵੇਂ ਵੋਲੰਟੀਅਰਸ ਫਾਰਮ ਅਸੀਂ ਫਿਲ ਕਰਦੇ ਹਾਂ ਕਿ ਇਹ ਲੋਕ ਆਣਗੇ ਪ੍ਰੋਟੈਸਟ ਨੂੰ ਜੁਆਇਨ ਕਰਨਗੇ, ਜੇ ਇਹੋ ਜਿਹਾ ਕੁਝ ਹੋਇਆ ਹੁੰਦਾ, ਸਾਨੂੰ ਪਤਾ ਹੁੰਦਾ ਕਿਹੜੇ ਪਿੰਡ ਦਾ ਬੱਚਾ ਸੀ ਜਾਂ ਬਜ਼ੁਰਗ ਸੀਗੇ, ਕਿੱਥੋਂ ਗਾਇਬ ਹੋਏ, ਉਮਰ ਕੀ ਸੀ, ਫੋਨ ਨੰਬਰ ਕੀ ਸੀ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੀ ਕੀਤਾ, ਇੱਕ ਗੂਗਲ ਫਾਰਮ ਬਣਾਇਆ। ਈਜ਼ੀਲੀ ਅਵੇਲੇਬਲ ਹੈ, ਹਰ ਕੋਈ ਓਪਨ ਕਰਕੇ ਉਹਨੂੰ ਫਿਲ ਕਰ ਸਕਦਾ ਹੈ। ਈਵਨ ਜੋ ਇੰਟਰਨੈਟ ਨਹੀਂ ਚਲਾ ਸਕਦੇ, ਜਿਵੇਂ ਹੁਣੇ ਦਿੱਲੀ ਗਵਰਨਮੈਂਟ ਨੇ ਉੱਥੇ ਸਾਰੀ ਫੈਸਿਲਿਟੀਜ਼ ਬੰਦ ਕਰ ਦਿੱਤੀਆਂ ਤੇ ਉੱਥੇ ਤੁਸੀਂ ਪ੍ਰਿੰਟ ਆਊਟ ਕਢਾ ਕੇ ਆਪਣੇ ਉਹ ਫਾਰਮਸ ਫਿਲ ਕਰਕੇ ਆਪਣੇ ਜਥੇਬੰਦੀਆਂ ਨੂੰ ਸਬਮਿਟ ਕਰਾ ਸਕਦੇ ਹੋ। ਜਦਕਿ ਇਹ ਚੀਜ਼ ਨੂੰ ਪਹਿਲਾਂ ਹੀ ਧਿਆਨ 'ਚ ਰੱਖਿਆ ਜਾਣਾ ਚਾਹੀਦਾ ਸੀਗਾ ਕਿ ਜੋ ਲੋਕ ਆ ਰਿਹਾ ਹੈ ਉਸ ਦਾ ਇੱਕ ਪ੍ਰੂਫ ਲਿੱਤਾ ਜਾਏ। ਆਧਾਰ ਕਾਰਡ ਜੋ ਕਿ ਸਾਡੇ ਮੋਦੀ ਜੀ ਨੂੰ ਬਹੁਤ ਪਸੰਦ ਹੈ, ਸਾਡੀ BJP ਨੂੰ ਬੜਾ ਪਸੰਦ ਹੈ, ਉਹ ਜ਼ਰੂਰ ਇੱਕ ਆਧਾਰ ਕਾਰਡ ਉਹਨਾਂ ਦਾ ਰੱਖਿਆ ਜਾਣਾ ਚਾਹੀਦਾ ਸੀਗਾ। ਇੱਕ ਸਾਡੇ ਕੋਲ ਵੀ ਰਹਿੰਦਾ ਕਿ ਬਾਹਰ ਦਾ ਕੋਈ ਬੰਦਾ ਆ ਕੇ ਵਿੱਚ ਪ੍ਰੋਟੈਸਟ ਜੁਆਇਨ ਨਹੀਂ ਕਰ ਰਿਹਾ। ਤੇ ਹੁਣ ਵੀ ਮੈਂ ਰਿਕੁਐਸਟ ਕਰਾਂਗੀ ਸਾਰੇ ਸਰਪੰਚਾਂ ਨੂੰ, ਜਿੰਨੇ ਵੀ ਯੂਥ ਜਿਹੜੇ ਪਿੰਡਾਂ ਵਿੱਚ ਲੀਡ ਕਰ ਰਹੇ ਨੇ, ਇਸ ਫਾਰਮ ਨੂੰ ਜਿੰਨਾ ਹੋ ਸਕਦਾ ਵਾਇਰਲ ਕਰੋ, ਸ਼ੇਅਰ ਕਰੋ, ਜਿਵੇਂ ਤੁਸੀਂ ਆਪਣੇ ਨੋਰਮਲ ਚੁਟਕਲੇ ਇਹ ਉਹ ਸਭ ਚੀਜ਼ਾਂ ਕਰਦੇ ਹੋ। ਇਹ ਨੀਡ ਆਫ ਦਾ ਆਰ ਹੈ ਔਰ ਇਸ ਨੂੰ ਜਿੰਨਾ ਹੋ ਸਕਦਾ ਵਾਇਰਲ ਕਰਕੇ ਲੋਕਾਂ ਤੋਂ ਕਰਵਾਓ। ਔਰ ਜਿਹੜੇ ਪੈਰੈਂਟਸ ਛੋਟੇ ਛੋਟੇ ਬੱਚੇ ਲੈ ਕੇ ਜਾ ਰਹੇ ਨੇ ਨਾ, ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਫਾਰਮ ਫਿਲ ਕਰਕੇ ਜਾਣ। ਇੱਕ ਸਾਡੇ ਕੋਲ ਉਹ ਡਾਇਰੈਕਟ ਸਾਡੇ ਕੋਲ ਈਮੇਲ ID ਤੇ ਆ ਜਾਂਦਾ ਹੈ ਤੇ ਇੱਕ ਪ੍ਰੂਫ ਰਹੇਗਾ ਸਾਡੇ ਕੋਲ ਔਰ ਉਹਨਾਂ ਦੀ ਸੇਫਟੀ ਵੀ ਰਹੇਗੀ ਇਹਦੇ ਵਿੱਚ। ਇਸ ਦਾ ਤੁਸੀਂ ਇਨੀਸ਼ੀਏਟਿਵ ਲਿਆ ਹੈ ਤੇ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਆ ਰਿਹਾ? ਲੋਕੀ ਭਰ ਰਹੇ ਨੇ? ਤੁਹਾਨੂੰ ਲੱਗ ਰਿਹਾ ਹੈ ਅਸਰ ਪੈ ਰਿਹਾ? ਹਾਂਜੀ, ਯੂਥ ਜਿਹੜਾ ਹੈ ਉਹ ਜ਼ਰੂਰ ਭਰ ਰਹੇ ਨੇ, ਪਰ ਉਹਦੇ ਵਿੱਚ ਮੈਨੂੰ ਕੋਈ ਬਜ਼ੁਰਗਾਂ ਦੇ ਫਾਰਮ ਔਰ ਕੁਛ ਦੇ ਵੱਡੇ ਲੇਡੀਜ਼ ਵਗੈਰਾ ਦੇ ਫਾਰਮ ਨਹੀਂ ਨਜ਼ਰ ਆ ਰਹੇ, ਬਟ ਯੰਗਸਟਰਸ ਨੇ ਜਿਹੜੇ ਕੁਝ ਭਰ ਰਹੇ ਨੇ। ਪਰ ਹਾਲਾਂ ਇਸ ਫਾਰਮ ਦੀ ਇੰਨੀ ਅਵੇਅਰਨੈਸ ਨਹੀਂ ਹੈ, ਤਾਂ ਮੈਂ ਚਾਹਾਂਗੀ ਕਿ ਤੁਹਾਡੇ ਚੈਨਲ ਦੇ ਰਾਹੀਂ ਜ਼ਰੂਰ ਇਸ ਫਾਰਮ ਦੀ ਜੋ ਹੈ ਅਵੇਅਰਨੈਸ ਕੀਤੀ ਜਾਏ ਔਰ ਸਰਪੰਚ ਜਿਹੜੇ ਯੂਥ ਲੀਡਰਸ ਨੇ ਉਹ ਆਪਣੇ ਪਿੰਡਾਂ ਵਿੱਚ ਜਗ੍ਹਾ ਜਗ੍ਹਾ ਜਾ ਕੇ ਕਰ ਸਕਦੇ ਨੇ ਅਵੇਅਰਨੈਸ। ਜੀ ਜਿਵੇਂ ਰਵਨੀਤ ਤੁਸੀਂ ਹਰ ਚੀਜ਼ ਤੇ ਬੋਲ ਸਕਦੇ ਹੋ, ਤੁਸੀਂ ਬਹੁਤ ਤੁਹਾਡਾ ਵਿਜ਼ਨ ਕਲੀਅਰ ਆ ਚੀਜ਼ਾਂ ਨੂੰ ਲੈ ਕੇ। ਪੰਜਾਬੀ ਹੋ ਬਟ ਨਾਲ ਹੀ ਸਿਰਫ ਜਸਟ ਬਿਕਾਜ਼ ਪੰਜਾਬੀ ਹੋ ਇਸ ਲਈ ਸਪੋਰਟ ਨਹੀਂ ਕਰ ਰਹੇ, ਜਸਟ ਬਿਕਾਜ਼ ਸੱਚ ਆ ਇਸ ਲਈ ਨਾਲ ਚੱਲ ਰਹੇ ਹੋ, ਇਹ ਅਸੀਂ ਦੇਖ ਸਕਦੇ ਹਾਂ। ਦੇਖੋ, ਸਾਡੀ ਕੋਈ ਜ਼ਾਤੀ ਦੁਸ਼ਮਣੀ ਨਹੀਂ ਹੈ, ਨਾ ਮੋਦੀ ਜੀ ਨਾਲ, ਨਾ BJP ਵਾਲਿਆਂ ਨਾਲ, ਨਾ ਕਿਸੇ ਨਾਲ। ਮੋਦੀ ਜੀ ਨੇ ਬਹੁਤ ਅੱਛੇ ਕੰਮ ਵੀ ਕੀਤੇ ਨੇ, ਜਿੱਥੇ ਉਹਨਾਂ ਨੇ ਅੱਛੇ ਕੰਮ ਕੀਤੇ ਅਸੀਂ ਬੋਲਾਂਗੇ ਤੁਸੀਂ ਅੱਛੇ ਕੰਮ ਕੀਤੇ ਹੈ, ਜਿੱਥੇ ਨਹੀਂ ਕੀਤੇ ਨਹੀਂ ਕੀਤੇ। ਮੈਂ ਤਾਂ ਸਾਫ਼ ਕਹਿੰਦੀ ਹਾਂ, ਚਾਹੇ ਕੋਈ ਕਾਂਗਰਸੀ ਹੈ, ਚਾਹੇ ਕੋਈ ਆਪ ਦਾ ਹੈ, ਚਾਹੇ ਕੋਈ BJP ਦਾ ਹੈ, ਜੋ ਕੰਮ ਗਲਤ ਕਰ ਰਿਹਾ ਹੈ ਉਹ ਦੁਨੀਆ ਦੇ ਸਾਹਮਣੇ ਆਏਗਾ ਕਿ ਹਾਂ ਤੁਸੀਂ ਗਲਤ ਕੀਤਾ ਹੈ। ਪਰ ਜੇ ਤੁਸੀਂ ਅੱਛਾ ਕਰ ਰਹੇ ਹੋ ਤਾਂ ਲੋਕ ਤੁਹਾਨੂੰ ਉਸ ਲਈ ਬਹੁਤ ਜ਼ਿਆਦਾ ਸਰਾਹਣਗੇ ਵੀ ਕਿ ਤੁਸੀਂ ਅੱਛਾ ਕਰ ਰਹੇ ਹੋ। ਤਾਂ ਇਟਸ ਨਾਟ ਅਬਾਊਟ ਕੋਈ ਰਿਲੀਜਨ ਜਾਂ ਕੋਈ ਕੰਟਰੀ, ਕਿਸੇ ਨੇਸ਼ਨ ਦੀ ਗੱਲ ਨਹੀਂ ਹੈ। ਇਟਸ ਜਸਟ ਦੈਟ ਫਾਰਮਰਸ ਆਪਣੇ ਲਈ ਲੜ ਰਹੇ ਨੇ। ਫਾਰਮਰਸ ਉਹੀ ਸਿੱਖ ਕੌਮ ਜਿਨ੍ਹਾਂ ਨੂੰ ਮੋਦੀ ਜੀ ਨੇ ਖੁਦ ਬੈਸਟ ਕੌਮ ਦਾ ਬੋਲਿਆ ਹੈਗਾ, ਸਿਰਾਹਿਆ ਹੈਗਾ ਉਹਨਾਂ ਨੇ ਖੁਦ।
ਉਹੀ ਲੋਕ ਨੇ, ਨਾ ਕੋਈ ਖਾਲਿਸਤਾਨੀ ਬੈਠਾ ਹੈ, ਮੋਦੀ ਜੀ ਦਾ ਦਿਲ ਆਤਮਾ ਆਪ ਜਾਣਦੀ ਹੈ ਕਿ ਉਹ ਲੋਕ ਕੌਣ ਬੈਠੇ ਨੇ ਉੱਥੇ। ਜੇ ਅੱਜ ਸਾਡੇ ਪੀਐਮ ਮੋਦੀ ਜੀ ਇੱਕ ਵਾਰੀ ਇੱਕ ਆਵਾਜ਼ ਮਾਰ ਦੇਣ ਨਾ ਕਿ ਇਹ ਮੇਰੇ ਸਿੱਖ ਨੇ, ਇਹ ਰੱਬ ਦੇ ਬੰਦੇ ਨੇ, ਇਹ ਕੋਈ ਗਲਤ ਪ੍ਰੋਟੈਸਟਰ ਨਹੀਂ ਹੈਗੇ, ਸਾਰੇ ਬੀਜੇਪੀ ਵਾਲੇ, ਸਾਰੇ ਆਰਐਸਐਸ ਵਾਲੇ, ਜਾਂ ਸਾਰੇ ਕੁਝ ਕਾਂਗਰਸੀ ਜਿਵੇਂ ਹੁੰਦੇ ਜਿਨ੍ਹਾਂ ਨੂੰ ਨਈ ਚੀਜ਼ਾਂ ਪਸੰਦ ਆਉਂਦੀਆਂ, ਉਹ ਵੀ ਬੋਲ ਦੇਣਗੇ ਕਿ ਹਾਂ ਇਹ ਸਭ ਠੀਕ ਹੈ। ਤੇ ਮੋਦੀ ਜੀ ਦੀ ਜ਼ਰੂਰਤ ਹੈ ਇਸ ਚੀਜ਼ ਨੂੰ ਸੰਭਾਲਣ ਦੀ, ਨਾ ਕਿ ਬੈਕ ਸੀਟ ਲੈ ਕੇ ਬੈਠਣ ਦੀ। ਅੱਛਾ, ਕਿਵੇਂ ਦੇਖ ਰਹੇ ਹੋ ਤੇ ਕੀ ਲੱਗਦਾ ਹੈ ਕਿ ਹੁਣ ਕੀ ਹੋਵੇਗਾ? ਅੱਛਾ, ਮੈਨੂੰ ਇੱਕ ਚੀਜ਼ ਬੜੀ, ਅਸੀਂ ਗੱਲ ਵੀ ਕਰ ਰਹੇ ਸੀਗੇ, ਐਦਾਂ ਦੀ ਫੀਲਿੰਗ ਨਹੀਂ ਆ ਰਹੀ ਹੈ ਕਿ ਹੁਣ ਇਸ ਪੂਰੇ ਪ੍ਰੋਟੈਸਟ ਦੇ ਵਿੱਚੋਂ ਜਿੰਨੇ ਯੰਗਸਟਰਸ, ਆਈ ਐਮ ਅਮੇਜ਼ਡ ਟੂ ਸੀ ਯੰਗ ਬॉयਜ਼ ਐਂਡ ਗਰਲਸ ਆਊਟ देयर, ਬਹੁਤ ਜ਼ਿਆਦਾ ਕਰ ਰਹੇ ਨੇ। ਡੋਂਟ ਯੂ ਥਿੰਕ ਉਹਨਾਂ ਨੂੰ ਇੱਕ ਹੁਣ ਪਾਰਟੀ ਕੱਢ ਕੇ ਇੱਕ ਰੈਵੋਲੂਸ਼ਨ ਲੈ ਕੇ ਆਉਣਾ ਚਾਹੀਦਾ, ਬਿਕਾਜ਼ ਦੇ ਆਰ ਫਿਊਚਰ ਨੇ? ਸੀ ਮੈਂ ਤੇ ਸ਼ੁਰੂ ਤੋਂ ਇਹ ਚਾਹਦੀ ਹਾਂ ਕਿ ਜਿਹੜਾ ਯੂਥ ਹੈ ਨਾ ਉਹ ਸਾਡਾ ਲੀਡਰ ਬਣੇ। ਮੈਂ ਸ਼ੁਰੂ ਤੋਂ ਚਾਹੁੰਦੀ, ਬਿਕਾਜ਼ ਜਿਹੜਾ ਉਹ ਇੱਕ ਜਜ਼ਬਾ ਹੁੰਦਾ ਨਾ, ਜਦੋਂ ਤੁਸੀਂ ਐਕਚੁਅਲ ਵਿੱਚ ਕੁਝ ਕਰ ਸਕਦੇ ਹੋ। ਸਾਡੇ ਬੱਚੇ ਜੇ ਆਈਐਸ ਆਫਿਸਰਸ ਬਣ ਸਕਦੇ ਨੇ, ਆਈਪੀਐਸ ਬਣ ਸਕਦੇ ਨੇ, ਉਹ ਲੀਡਰ ਕਿਉਂ ਨਹੀਂ ਬਣ ਸਕਦੇ? ਸਾਡੇ ਵੱਡੇ ਬਜ਼ੁਰਗ ਥਾਪੀ ਦਿੰਦੇ ਨੇ ਤਾਂ ਹੀ ਉਹ ਅੱਗੇ ਆਉਂਦੇ ਨੇ, ਤੇ ਉਹਨਾਂ ਨੂੰ ਵੱਡਿਆਂ ਦੀ ਸੋਚ ਨਾਲ ਚੱਲਣਾ ਪੈਂਦਾ। ਤੇ ਮੈਨੂੰ ਇਹ ਲੱਗਦਾ ਹੈ ਜਿਹੜੇ ਵੱਡੇ ਲੀਡਰਸ ਹੁੰਦੇ ਨੇ, ਕਿਤੇ ਨਾ ਕਿਤੇ ਉਹਨਾਂ ਦੀ ਸੋਚ ਕਿਤੇ ਨਾ ਕਿਤੇ ਕਰਪਸ਼ਨ ਵਿੱਚ ਆ ਹੀ ਜਾਂਦੀ ਹੈ। ਤੇ ਜੇ ਯੂਥ ਸਾਹਮਣੇ ਆਏਗਾ ਨਾ, ਇੱਕ ਪਾਰਟੀ ਨਵੀਂ ਬਣੇਗੀ ਨਾ, ਤੇ ਕੁਝ ਨਵਾਂ ਰੈਵੋਲੂਸ਼ਨ ਅਸੀਂ ਲੈ ਕੇ ਆ ਸਕਦੇ ਹਾਂ। ਜਿਵੇਂ ਲੱਖਾ ਸਿਧਾਨਾ ਨੇ ਬਹੁਤ ਸਾਰੇ ਚੇਂਜਸ ਸਾਡੀ ਸੋਚ ਦੇ ਅੰਦਰ, ਉਹਨਾਂ ਨੇ ਸਾਨੂੰ ਬਹੁਤ ਸਾਰੇ ਜਿਹੜੇ ਲੋਕ ਚੰਡੀਗੜ੍ਹ ਏਰੀਆ ਵਿੱਚ ਨੇ, ਜਿਵੇਂ ਮੈਂ ਕਹਾਂਗੀ ਟਰਾਈ ਸਿਟੀ ਜੋ ਰਹਿੰਦੇ ਨੇ, ਉਹ ਪੰਜਾਬ ਦੀ ਜੜ੍ਹਾਂ ਨਾਲ ਨਹੀਂ ਜੁੜੇ ਹੋਏ, ਉਹਨਾਂ ਨੂੰ ਇੰਨਾ ਉਸ ਕਲਚਰ ਬਾਰੇ ਨਹੀਂ ਪਤਾ। ਪਰ ਜਿਹੜਾ ਲੱਖਾ ਸਿਧਾਨਾ ਹੈ, ਇਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਅਵੇਅਰ ਕੀਤਾ। ਬਹੁਤ ਸਾਰਾ ਯੂਥ ਇਹੋ ਜਿਹਾ ਹੈਗਾ ਜਿਨ੍ਹਾਂ ਨੇ ਅਵੇਅਰ ਕੀਤਾ ਹੈਗਾ ਸਾਨੂੰ ਇਹਨਾਂ ਚੀਜ਼ਾਂ ਬਾਰੇ। ਤੇ ਮੈਨੂੰ ਲੱਗਦਾ ਯੂਥ, ਯੈਸ, ਦੇ ਸ਼ੁੱਡ ਕਮ ਫਾਰਵਰਡ ਇਨ ਜੁਆਇਨ ਪੋਲੀਟਿਕਸ। ਲੱਖਾ ਸਿਧਾਨਾ ਐਜ਼ ਅ ਕਲਾਕਾਰ ਤੁਸੀਂ ਕਹਿ ਰਹੇ ਹੋ ਸਪੋਰਟ ਕੀਤਾ, ਉਹਨਾਂ ਨਾਲ ਹੋਰ ਵੀ ਬੜੇ ਕਲਾਕਾਰ ਜੁੜੇ ਨੇ। ਤੇ ਜਿਹੜਾ ਰੈੱਡ ਕਿਲੇ ਵਿੱਚ ਇਨਸੀਡੈਂਟ ਹੋਇਆ, ਤੁਸੀਂ ਬਖੂਬੀ ਵਾਕਿਫ ਹੋ ਕੇ ਇੱਕ ਕਲਾਕਾਰ ਨੂੰ ਜਿਹੜਾ ਆ, ਸੋ ਰਵਨੀਤ ਕੀ ਆ, ਅਸੀਂ ਯੰਗਸਟਰ ਆ, ਅਸੀਂ ਸਿਰਫ ਇੱਕ ਪਾਸੇ ਨਹੀਂ ਚੱਲਾਂਗੇ, ਚੀਜ਼ਾਂ ਵਿਜ਼ੂਅਲਾਈਜ਼ ਕਰਕੇ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਜੇ ਗੱਲ ਦੀਪ ਸਿੱਧੂ ਦੀ ਕਰੀਏ, ਇੱਕ ਪਾਸੇ ਤੁਸੀਂ ਬਹੁਤ, ਮੈਨੂੰ ਪਤਾ ਹੈ, ਬੋਲਡਲੀ ਜਵਾਬ ਦਿੰਦੇ ਹੋ, ਬਹੁਤ ਬੋਲਡ ਬਲੰਟਲੀ, ਤੇ ਇੱਕ ਪਾਸੇ ਤੁਹਾਨੂੰ ਪਤਾ ਹੈ ਕਿ ਰੈੱਡ ਫੋਰਟ ਦੇ ਵਿੱਚ ਇਨਸੀਡੈਂਟ ਹੋਇਆ, ਉਹਨਾਂ ਨੂੰ ਵਿੱਚ ਲੈ ਕੇ ਆਏ, ਠੀਕ ਹੈ। ਤੇ ਦੂਜੀ ਗੱਲ, ਜੇ ਜਿਵੇਂ ਮੈਂ ਕਿਹਾ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਕੋਈ ਇਨਸਾਨ ਆਪਣਾ ਕਰੀਅਰ ਪਿੱਛੇ ਛੱਡ ਕੇ ਆਇਆ, ਆਪਣਾ ਫਿਲਮੀ ਕਰੀਅਰ, ਰਾਈਟ, ਤੇ ਬਹੁਤ ਸਵਾਲ ਉੱਠ ਰਹੇ ਨੇ ਕਿ ਉਹਨਾਂ ਨੂੰ ਸ਼ਾਇਦ ਸਿਆਸਤ ਵਿੱਚ ਜਾਣਾ ਹੈ ਤਾਂ ਉਹ ਕਰ ਰਹੇ ਨੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕੀ ਪੁਆਇੰਟ ਆਫ ਵਿਊ ਹੈ? ਸਹੀ ਕਿਹਾ ਤੁਸੀਂ ਕਿ ਹਰ ਚੀਜ਼ ਦੇ ਨਾ ਦੋ ਪਹਿਲੂ ਹੁੰਦੇ ਨੇ। ਜਦੋਂ ਤੁਸੀਂ ਡੇ 1 ਤੋਂ ਦੀਪ ਸਿੱਧੂ ਦਾ, ਜਦੋਂ ਤੁਸੀਂ ਲਾਈਵ ਇੰਟਰਵਿਊਜ਼, ਜਾਂ ਜੋ ਦੀਪ ਸਿੱਧੂ ਨੇ ਇੱਕ ਵਾਰੀ ਬਰਖਾ ਦੱਤ ਨਾਲ ਇੰਟਰਵਿਊ ਕੀਤਾ, ਉਦੋਂ ਜਦੋਂ ਤੁਸੀਂ ਦੇਖਦੇ ਹੋ ਨਾ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਪਿੰਡਰਾਂ ਵਾਲੇ ਦੇ ਫੇਵਰ ਵਿੱਚ ਗੱਲ ਕੀਤੀ ਹੈ, ਉਹ ਤਾਂ ਲੱਗਦਾ ਸੀਗਾ ਬੰਦਾ ਆਪਣਾ ਹੈ। ਪਰ ਜੋ ਇੱਕਦਮ ਹੀ ਮੋਰਚੇ ਤੋਂ ਅਲੱਗ ਜਾ ਕੇ ਜੋ ਗੱਲਾਂ ਹੋਈਆਂ, ਆਲ ਆਫ ਅ ਸਡਨ ਸਭ ਚੀਜ਼ਾਂ ਜਿਵੇਂ ਹੁਣ ਸਾਹਮਣੇ ਆ ਰਹੀਆਂ, ਤੇ ਮੈਂ ਸੱਚੀ ਬੋਲਾਂ ਤੇ ਆਈ ਐਮ ਆਲਸੋ ਨਾਟ ਕਲੀਅਰ ਕਿ ਇਹ ਸਿਚੁਏਸ਼ਨ ਹੈ ਕੀ ਹੈ। ਤੇ ਹਰ ਬੰਦਾ ਜਿਹੜਾ ਦੀਪ ਸਿੱਧੂ ਨਾਲ ਜੁੜਿਆ ਹੋਇਆ ਸੀਗਾ, ਦੀਪ ਸਿੱਧੂ ਨੂੰ ਸੁਣਦਾ ਸੀਗਾ, ਸਭ ਨੂੰ ਠੇਸ ਪਹੁੰਚੀ ਹੈ। ਔਰ ਹਰ ਇਨਸਾਨ ਇਸ ਦੁਬਿਧਾ ਵਿੱਚ ਹੈਗਾ ਕਿ ਉਹ ਬੰਦਾ ਹੈ ਕਿਸ ਦਾ। ਵਕਤਾਂ ਨਾਲ ਚੀਜ਼ਾਂ ਕਲੀਅਰ ਹੋ ਜਾਣਗੀਆਂ, ਤੁਹਾਨੂੰ ਵੀ ਤੇ ਮੈਨੂੰ ਵੀ, ਐਂਡ ਲੈਟਸ ਹੋਪ ਫॉर ਦ ਬੈਸਟ, ਚੀਜ਼ਾਂ ਪੋਜ਼ਿਟਿਵ ਹੀ ਆਉਣ ਬਾਹਰ। ਸੋ ਮਤਲਬ ਉਹਨਾਂ ਦੇ ਆਈ ਕੈਨ ਸੇ ਇਸ ਐਕਸ਼ਨ, ਜੋ ਵੀ ਸਟੰਟ ਸੀਗਾ ਉਹਨਾਂ ਦਾ, ਵਾਟ ਐਵਰ ਇਟ ਇਜ਼, ਮਤਲਬ ਉਸਨੂੰ ਸਭ ਨੂੰ ਅਸਮੰਜਸ ਦੇ ਵਿੱਚ ਪਾ ਦਿੱਤਾ ਹੈ ਨਾ, ਚੀਜ਼ਾਂ ਕਲੀਅਰ ਨਹੀਂ। ਵੀ ਆਰ ਨਾਟ ਵੈਰੀ ਕਲੀਅਰ ਕਿ ਅਸੀਂ ਕਿਵੇਂ ਬੋਲ ਸਕਦੇ ਹਾਂ ਕਿ ਉਹ ਸਾਡੀ ਫੇਵਰ ਵਿੱਚ ਸਨ ਕਿ ਨਹੀਂ। ਕਿ ਐਂਡ ਵਿੱਚ ਤਾਂ ਉਹਨਾਂ ਨੇ ਕਹਿੰਦੇ ਨਾ, ਉਹ ਜਿਹੜਾ ਹੁਕਮ ਦਾ ਇੱਕ ਹੈ, ਉਹ ਤਾਂ ਉਹਨਾਂ ਨੇ ਕਿਸੇ ਹੋਰ ਪਾਰਟੀ ਦੇ ਫੇਵਰ ਵਿੱਚ ਪਾ ਦਿੱਤਾ। ਤੇ ਗੱਲ ਉੱਥੇ ਆ ਜਾਂਦੀ ਹੈ ਨਾ, ਉਹ ਕਹਿੰਦੇ ਨਾ ਕਿ ਬੇਗੀ ਜਿਹੜੀ ਖੋਲੀ ਹੈ ਉਹਨਾਂ ਨੇ, ਉਹਨਾਂ ਦੇ ਹੱਕ ਵਿੱਚ ਖੋਲ ਦਿੱਤੀ ਹੈ। ਤੇ ਸਾਰੇ ਹੀ ਨੇ ਜਿਹੜੇ ਫਸ ਗਏ ਨੇ, ਔਰ ਕਿਸੇ ਨੂੰ ਨਹੀਂ ਸਮਝ ਆ ਰਿਹਾ। ਕਿਸਾਨ ਜਥੇਬੰਦੀਆਂ ਅਲੱਗ ਬੋਲ ਰਹੀਆਂ ਨੇ, ਬਟ ਇੱਕ ਗੱਲ ਮੈਂ ਜ਼ਰੂਰ ਬੋਲਾਂਗੀ, ਇੱਕ ਕੋਈ ਸਿੰਗਰ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਲਾਈਵ ਆ ਕੇ ਬੋਲਿਆ ਹੈਗਾ ਕਿ 10th ਡੇ ਹੀ ਲੋਕਾਂ ਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਸੀਗਾ, ਜਦੋਂ ਜਿਹੜੀ ਜਥੇਬੰਦੀਆਂ ਦੇ ਅਗੇਂਸਟ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤੇ ਮੈਂ ਇਹ ਜ਼ਰੂਰ ਬੋਲਾਂਗੀ ਕਿ ਜਦੋਂ ਵਿੱਚੋਂ ਕੋਈ ਬੰਦਾ ਉੱਠ ਕੇ ਕੋਈ ਸੱਚਾਈ ਸਾਹਮਣੇ ਕਿਸੇ ਦੀ ਰੱਖ ਰਿਹਾ ਨਾ, ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। that should also be taken into account। ਉਸ ਚੀਜ਼ ਨੂੰ ਜ਼ਰੂਰ ਮੱਦੇ ਨਜ਼ਰ ਰੱਖੋ। ਬਟ ਹਾਂ, ਜੇ ਤੁਹਾਨੂੰ ਲੱਗਦਾ ਹੈ ਕਿਸੇ ਚੀਜ਼ ਤੋਂ ਤੁਹਾਨੂੰ ਠੇਸ ਪਹੁੰਚ ਰਹੀ ਹੈ ਜਾਂ ਮੋਰਚਾ ਖਰਾਬ ਹੋ ਸਕਦਾ ਅੰਦੋਲਨ, ਉਸ ਚੀਜ਼ ਨੂੰ ਸਾਈਡ ਲਾਈਨ ਰੱਖੋ। ਬਾਕੀ ਜਿਸਨੇ ਜੋ ਕੀਤਾ ਹੋਏਗਾ ਟਾਈਮ ਆਉਣ 'ਤੇ ਪਤਾ ਚੱਲ ਹੀ ਜਾਏਗਾ। ਜੀ ਜੀ, ਜਿਵੇਂ ਨੈਸ਼ਨਲ ਮੀਡੀਆ ਸਪੋਰਟ ਨਹੀਂ ਕਰ ਰਿਹਾ ਸੀਗਾ, ਪੰਜਾਬੀ ਮੀਡੀਆ ਨਾਲ ਸੀਗਾ, ਕਿਉਂਕਿ ਜੇ ਇੱਕ ਪਾਸੇ ਮਾੜਾ ਤਾਂ ਦੂਜੇ ਪਾਸੇ ਚੰਗਾ ਵੀ ਹੁੰਦਾ ਹੈ। ਉਵੇਂ ਕਿਹਾ ਸੀਗਾ ਕਿ ਕਿਸਾਨ ਬਜ਼ੁਰਗ ਲੋਕ ਸੀ, ਉਹਨਾਂ ਦੀ ਕਿਸੇ ਨੇ ਨਹੀਂ ਸੁਣਨੀ ਸੀਗੀ। ਸੋ ਬੜੇ ਇੰਟੈਲੈਕਚੁਅਲ ਲੋਕੀ ਪ੍ਰੋਟੈਸਟ ਦੇ ਵਿੱਚ ਆਏ ਨੇ, ਕਲਾਕਾਰ ਪ੍ਰੋਟੈਸਟ ਦੇ ਵਿੱਚ ਜੁੜੇ ਨੇ। ਬਟ ਹੁਣ ਕੁਛ ਹੋਰ ਰੁਖ ਲੈ ਲਿਆ ਹੈ, ਕਲਾਕਾਰ ਆਪਣੇ ਚਲੇ ਗਏ ਆ, ਦੂਜੇ ਲੋਕੀ ਆਪਣੇ ਚਲੇ ਗਏ ਆ, ਪੰਜਾਬੀ ਮੀਡੀਆ ਨੂੰ ਅਲਾਓ ਨਹੀਂ ਕਰ ਰਹੇ ਉੱਥੇ, ਬਹੁਤ ਸਾਰੀ ਚੀਜ਼ਾਂ ਹੋ ਰਹੀਆਂ ਨੇ, ਰਾਈਟ। ਅਤੇ ਇਸ ਨੂੰ ਹੁਣ ਕਿਵੇਂ ਦੇਖਦੇ ਹੋ? ਹੁਣ ਇੱਕ ਅਲੱਗ ਰੁਖ ਲੈ ਲਿਆ ਹੈ, ਕੀ ਪੁਆਇੰਟ ਆਫ ਵਿਊ ਆ, ਕਿੱਥੇ ਤੱਕ ਪ੍ਰੋਟੈਸਟ ਆਊਗਾ, ਕਦ ਤੱਕ ਰਿਜ਼ਲਟ ਆਊਗਾ, ਕਦ ਤੱਕ ਚੰਗੇ ਦਾ ਜਿਹੜਾ ਆ ਸਾਥ ਆਊਗਾ? ਸੋ ਓਵਰਆਲ ਕਿਵੇਂ ਦੇਖ ਰਹੇ ਹੋ?
ਦੇਖੋ ਮੈਨੂੰ ਇਹ ਲੱਗ ਰਿਹਾ ਹੈ ਜਿਹੜਾ ਪ੍ਰੋਟੈਸਟ ਇੱਕ ਸਿੱਧਾ ਚਲਦੇ ਚਲਦੇ ਜਿਹੜਾ ਇੱਕ 360 ਡਿਗਰੀ ਤੇ ਮੁੜ ਗਿਆ ਸੀ ਨਾ, ਉਹ ਕਿਤੇ ਨਾ ਕਿਤੇ 75% ਜਿੱਤ ਗਵਰਨਮੈਂਟ ਦੀ ਹੋ ਗਈ ਸੀ। ਪਰ ਜਿਹੜੇ ਵੱਡੇ ਸਮਝਦਾਰ ਲੋਕ ਜਿਹੜੇ ਆਏ, ਇਹਨਾਂ ਨੇ ਜਦੋਂ ਹੀ ਸੰਭਾਲਣਾ ਸ਼ੁਰੂ ਕੀਤਾ ਇਸ ਮੋਰਚੇ ਨੂੰ, ਔਰ ਲੋਕਾਂ ਨੂੰ ਵਾਪਸ ਸਮਝ ਆਉਣਾ ਸ਼ੁਰੂ ਹੋਇਆ ਕਿ ਨਹੀਂ, ਉਹ ਜੋ ਵੀ ਸੀਗਾ ਠੀਕ ਹੈ, ਫ੍ਰੈਕਸ਼ਨ ਆਫ ਸੈਕਿੰਡ ਲਈ ਜੋ ਵੀ ਅੰਦੋਲਨ ਵਿੱਚ ਪ੍ਰੋਬਲਮ ਆਈਆਂ ਉਹ ਲੋਕ ਹੀ ਨਹੀਂ ਸਨ। ਬਿਕਾਜ਼ ਤੁਸੀਂ ਦੇਖਿਆ ਬਹੁਤ ਸਾਰੀ ਕਲਿੱਪਸ ਬਾਹਰ ਆਈਆਂ ਨੇ ਜਿੱਥੋਂ ਪਤਾ ਚੱਲਿਆ ਕਿ ਉਹ ਲੋਕ ਕਿਹੜੇ ਕਿਹੜੇ ਸਨ। ਉਹਨਾਂ ਨੇ ਕ੍ਰਾਸ ਕਰਕੇ ਦਿਖਾਇਆ ਹੈ ਪਿਕਚਰਸ ਨੂੰ ਕਿ ਇਹ ਸਾਡੇ ਬੰਦੇ ਹੀ ਨਹੀਂ ਸਨ, ਸਾਡੇ ਕਿਸਾਨ ਹੀ ਨਹੀਂ ਸਨ। ਤੇ ਲੋਕਾਂ ਨੂੰ ਧੀਰੇ ਹੌਲੀ ਹੌਲੀ ਜਿਵੇਂ ਜਿਵੇਂ ਸਮਝ ਆਉਣੀ ਸ਼ੁਰੂ ਹੋਈ ਹੈ, ਤੇ ਮੈਨੂੰ ਲੱਗਦਾ ਹੈ ਜਿਹੜਾ ਇੱਕ ਪ੍ਰੋਟੈਸਟ ਹੈਗਾ ਵਾਪਿਸ ਉਸੀ ਜਿਹੜੇ ਮੁਕਾਮ ਹੁੰਦੀ ਹੈ ਨਾ ਉਸ 'ਤੇ ਪਹੁੰਚ ਗਿਆ ਹੈ। ਤੇ ਜਿਵੇਂ ਕਨਵਰ ਗਰੇਵਾਲ ਹਮੇਸ਼ਾ ਬੋਲਦੇ ਕਿ ਅਸੀਂ ਦੂਜੇ ਪੜਾਅ 'ਤੇ ਹਾਂ ਤੇ ਅਸੀਂ ਹੁਣ ਤੀਜੇ 'ਤੇ ਜਾਵਾਂਗੇ, ਤੇ ਮੈਨੂੰ ਲੱਗਦਾ ਇਹਨਾਂ ਦੀ ਜਿੱਤ ਹੋ ਹੀ ਚੁੱਕੀ ਹੈ। ਕਹਿੰਦੇ ਨਾ ਇੱਕ ਚੁੱਪ 100 ਸੁੱਖ, ਤੇ ਜਿਹੜਾ ਇਹ ਚੁੱਪ ਇਹਨਾਂ ਨੂੰ ਇਹ ਚੁੱਪੀ ਧਾਰ ਕੇ ਜਿਹੜੀ ਬੈਠੇ ਨੇ ਨਾ, ਇਹਨਾਂ ਨੂੰ ਸੁੱਖ ਹੀ ਸੁੱਖ ਮਿਲਣਾ ਹੈ, ਔਰ ਇਹ ਜਿੱਤ ਚੁੱਕੇ ਆ ਆਲਰੇਡੀ। ਬਿਕਾਜ਼ ਸਰਕਾਰ ਨੂੰ ਇਹਨਾਂ ਤੋਂ ਪ੍ਰੋਬਲਮ ਹੀ ਇਹੀ ਹੈ ਕਿ ਇਹ ਲੜਦੇ ਕਿਉਂ ਨਹੀਂ ਹੈ, ਵਾਇਲੈਂਸ ਕਿਉਂ ਨਹੀਂ ਕਰ ਰਹੇ, ਕੁਝ ਕਰ ਕਿਉਂ ਨਹੀਂ ਰਹੇ। ਕਿਉਂਕਿ ਇਹ ਕੌਮ ਜਿਹੜੀ ਹੈਗੀ ਹੈ ਸੌਰਟ ਆਫ ਮੈਂ ਬੋਲਾਂਗੀ ਕਿ ਮੰਨੀ ਇਸੇ ਲਈ ਹੋਈ ਹੈ ਕਿ ਇਹਨਾਂ ਨੂੰ ਤਾਂ ਛੇੜਨ ਦੀ ਦੇਰ ਹੈ ਤੇ ਬਸ ਪੰਗਾ ਕਰ ਦਿੰਦੇ ਨੇ। ਤੇ ਮੈਂ ਇਹਦੇ ਵਿੱਚ ਇੱਕ ਸਿਰਫ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਉੱਥੇ ਬੈਠੇ ਸਾਰੇ ਜਿੰਨੇ ਵੀ ਬ੍ਰਦਰਸ ਨੇ, ਜਿੰਨੇ ਵੀ ਸਾਡੇ ਫਾਦਰ ਦੀ ਏਜ ਉੱਥੇ ਲੋਕ ਬੈਠੇ ਨੇ, ਕਿ ਆਪਣੀ ਜਿਹੜੀ ਮਾਵਾਂ ਧੀਆਂ ਨੇ ਉਹਨਾਂ ਦਾ ਜ਼ਰੂਰ ਧਿਆਨ ਰੱਖੋ। ਕਿਉਂਕਿ ਹੁੰਦਾ ਇਹ ਹੈ ਕਿ ਕੋਈ ਵੀ ਅਸੀਂ ਚੀਜ਼ ਚੱਕ ਲਈਏ ਨਾ, ਆਰਮੀ ਕਨਫਲਿਕਟ ਵੀ ਹੁੰਦਾ ਕੁਝ ਵੀ, ਤੇ ਵਿਮਨ ਹਮੇਸ਼ਾ ਟਾਰਗੇਟ ਬਣਦੀ ਹੈ। ਤੇ ਕੋਈ ਵੀ ਇਸ ਚੀਜ਼ ਨੂੰ ਅੰਦੋਲਨ ਨੂੰ ਖਰਾਬ ਕਰਨ ਲਈ ਸਾਡੀ ਵਿਮਨ ਦੇ ਉੱਤੇ ਕੋਈ ਹਾਰਮ ਨਹੀਂ ਆਉਣਾ ਚਾਹੀਦਾ, ਉਹਨਾਂ ਦੀ ਸੇਫਟੀ ਦਾ ਜ਼ਰੂਰ ਧਿਆਨ ਰੱਖਿਆ ਜਾਣਾ ਚਾਹੀਦਾ। ਤੇ ਮੈਂ ਹੀ ਬੋਲਣਾ ਚਾਹਾਂਗੀ ਕਿ ਸਾਰੇ ਇਕਜੁੱਟ ਹੋ ਕੇ ਰਹਿਣ, ਤੇ ਜਿੱਤੇ ਤੇ ਵੈਸੇ ਹੀ ਪਏ ਹੈ, ਤੇ ਆਪਣੇ ਆਪ ਕਾਨੂੰਨ ਜਿਹੜੇ ਬਿੱਲ ਬਣੇ ਨੇ ਉਹ ਵਾਪਸ ਵੀ ਹੋਣਗੇ, ਸਭ ਕੁਝ ਹੋਏਗਾ। ਪੰਜਾਬ ਜਿੱਤਿਆ ਪਿਆ ਹੈ ਔਰ ਇਹ ਜਿੱਤ ਕੇ ਹੀ ਵਾਪਸ ਆਣਗੇ। ਜੀ ਮੈਨੂੰ ਲੱਗਦਾ ਹੈ ਇਹ ਸਬਰ ਤੁਸੀਂ ਇਸ ਕੁੜੀ ਦੇ ਵਿੱਚ ਦੇਖ ਰਹੇ ਹੋ, ਜੱਟੀ ਆਈ ਮਸਟ ਸੇ, ਤਾਂ ਓਬਵੀਅਸਲੀ ਜਿਹੜੇ ਉੱਥੇ ਜਿੰਨੇ ਵੀ ਜੱਟ ਜਿੰਨੇ ਵੀ ਸਿੱਖ ਕੌਮ ਬੈਠੀ ਆ, ਆਹੀ ਸਬਰ ਸਭ ਦੇ ਵਿੱਚ ਹੋਏਗਾ। ਤੁਹਾਡੇ ਵਿੱਚ ਸ਼ਾਇਦ ਮੈਂ ਉਹ ਸਾਰਾ ਕੁਝ ਦੇਖ ਪਾ ਰਹੀ ਹਾਂ। ਉੱਥੇ ਸਾਨੂੰ ਸਾਡੀ ਫੈਮਲੀਜ਼ ਵਿੱਚ ਕੀ ਸਿਖਾਇਆ ਜਾਂਦਾ, ਸਵੇਰੇ ਜਪਜੀ ਸਾਹਿਬ ਦਾ ਪਾਠ ਨਿਤਨੇਮ ਜਿਹੜਾ ਤੁਸੀਂ ਕਰਨੀ ਹੈ, 5 ਬਾਣੀਆਂ, ਅਰਦਾਸ ਕਰਨੀ ਹੈ, ਰਹਿਰਾਸ ਸਾਹਿਬ ਕਰਨਾ ਹੈ, ਕੀਰਤਨ ਸੋਹਿਲਾ ਕਰਨਾ ਹੈ, ਉਹਦੇ ਵਿੱਚ ਸਾਨੂੰ ਸਬਰ ਸੰਤੋਖ ਹੀ ਸਿਖਾਇਆ ਜਾਂਦਾ ਹੈ। ਔਰ ਉਹ ਜਗ੍ਹਾ ਕਿੰਨੀ ਹੀ ਪਵਿੱਤਰ ਹੋਏਗੀ ਜਿੱਥੇ ਰੋਜ਼ ਬਾਣੀਆਂ ਦਾ ਪਾਠ ਹੋ ਰਿਹਾ, ਸਭ ਕੁਝ ਹੋ ਰਿਹਾ ਹੈ। ਤੇ ਮੈਨੂੰ ਨਹੀਂ ਲੱਗਦਾ ਉੱਥੇ ਕਿਸੇ ਵੀ ਤਰੀਕੇ ਦਾ ਕੁਝ ਇਸ ਤਰੀਕੇ ਦਾ ਵਾਇਲੈਂਸ ਜਾਂ ਜੋ 84 ਹੋਈ ਸੀ ਉਹ ਇਹ ਸਭ ਕੁਝ ਦੁਬਾਰਾ ਹੋ ਪਾਏ। ਜਿਵੇਂ ਲੋਕਾਂ ਦੇ ਅੰਦਰ ਖੌਫ ਹੋ ਰਿਹਾ ਕਿ 84 ਹੋ ਜਾਏਗੀ ਇਹ ਉਹ, ਮੈਂ ਫਿਰ ਵੀ ਲੋਕਾਂ ਨੂੰ ਬੋਲਾਂਗੀ ਆਪਣੇ ਘਰ ਬੈਠੇ ਸਾਰੇ ਅਰਦਾਸ ਕਰਨ ਕਿ ਇਹ ਰਸਤੇ ਬਹੁਤ ਸਮੂਥਲੀ ਜਿਹੜਾ ਹੈਗਾ ਕਾਨੂੰਨ ਜੋ ਵੀ ਹੈਗੇ ਨੇ ਉਹ ਵਾਪਸ ਲੈਣ, ਜਾਂ ਜੋ ਵੀ ਹੈ ਇਹਨਾਂ ਚੀਜ਼ਾਂ ਦਾ ਰਿਜ਼ਲਟ ਨਿਕਲੇ, ਔਰ ਪੇਸ਼ੈਂਸ ਰੱਖਣ। ਵਕਤ ਲੱਗਦਾ ਹੈ ਹਰ ਚੀਜ਼ ਨੂੰ, ਅੰਦੋਲਨ ਨੂੰ ਟਾਈਮ ਜ਼ਰੂਰ ਲੱਗੇਗਾ, ਪਰ ਜਿੱਤ ਆਪਣੀ ਹੀ ਹੋਏਗੀ। ਤੇ ਮੈਂ ਪੰਜਾਬੀਆਂ ਨੂੰ ਇਹੀ ਕਹਾਂਗੀ, ਗਏ ਹੋ ਤੇ ਹੁਣ ਜਿੱਤ ਕੇ ਹੀ ਵਾਪਸ ਆਇਓ। ਥੈਂਕ ਯੂ ਸੋ ਮਚ ਰਵਨੀਤ, ਤੁਸੀਂ ਜਿਹੜਾ ਇਨੀਸ਼ੀਏਟਿਵ ਲਿਆ ਉਹਦੇ ਲਈ ਵੀ ਥੈਂਕ ਯੂ, ਤੇ ਥੈਂਕ ਯੂ ਤੁਹਾਡੇ ਕਾਈਂਡ ਵਰਡਸ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਸੇ ਸਾਡੇ ਨਾਲ ਰਵਨੀਤ, ਜਿਨ੍ਹਾਂ ਨੇ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਇਸ ਅੰਦੋਲਨ ਬਾਰੇ। ਵਾਇਲੈਂਸ ਹਰ ਕੋਈ ਕ੍ਰੀਏਟ ਕਰ ਰਿਹਾ, ਮਾੜੀਆਂ ਚੀਜ਼ਾਂ ਹਰ ਕੋਈ ਦਿਖਾ ਰਿਹਾ, ਬਟ ਇਹ ਜਿਹੜੇ ਮੁੱਦੇ ਅੱਜ ਇਹਨਾਂ ਨੇ ਦੱਸੇ, ਇਹ ਜਿਹੜੇ ਮੁੱਦੇ ਡਿਸਕਸ ਹੋਏ, ਇਹ ਸ਼ਾਇਦ ਸਾਹਮਣੇ ਆਣੇ ਬਹੁਤ ਜ਼ਰੂਰੀ ਸੀਗੇ। ਆਈ ਹੋਪ ਇਸ ਤੋਂ ਬਹੁਤ ਲੋਕੀ ਜਿਹੜੇ ਭਟਕੇ ਹੋਏ ਆ ਇਸ ਪ੍ਰੋਟੈਸਟ ਤੋਂ, ਸ਼ਾਇਦ ਟਰੈਕ ਤੇ ਆ ਕੇ ਸਾਥ ਦੇਣ ਜੋ ਵੀ ਸੱਚ ਆ ਉਸਦਾ। ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਸੋਨਾਲੀ ਨੇਗੀ, ਸਾਈਨਿੰਗ ਆਫ।